ਜੀ ਪਟਿਆਲੇ ਦੇ ਹਵਾਲੇ ਦੇ ਨਾਲ ਮੇਰੇ ਵਾਲਿਦ ਸਾਹਿਬ ਵਗੈਰਾ 6 ਭਾਈ ਸਨ, 2 ਭੈਣਾਂ ਸਨ ਜੀ ਜੀ। ਤੇ ਜਦੋਂ ਆਪਸ 'ਚ ਸਾਰੇ ਭਾਈ ਇਕੱਠੇ ਹੁੰਦੇ ਸਨ ਤੇ ਸਾਨੂੰ ਇੰਝ ਹੀ ਲੱਗਦਾ ਸੀ ਜਿਸ ਤਰ੍ਹਾਂ ਅਸੀਂ ਪਟਿਆਲੇ 'ਚ ਹੀ ਬੈਠੇ ਆ। ਉਹ ਗਲੀਆਂ, ਉਹ ਸਕੂਲ, ਉਹ ਯਾਰੀਆਂ, ਦੋਸਤੀਆਂ, ਕਿਉਂਕਿ ਉਸ ਜ਼ਮਾਨੇ 'ਚ ਮੁਸਲਮਾਨ, ਹਿੰਦੂ ਔਰ ਸਿੱਖ ਸਾਰੇ ਇੱਕ ਬਰਾਦਰਾਨਾ ਤੌਰ ਤੇ ਆਪਸ 'ਚ ਪਿਆਰ ਮੁਹੱਬਤ 'ਚ ਰਹਿੰਦੇ ਸਨ। ਮੇਰੇ ਦਾਦੇ ਦੇ ਪਟਿਆਲਾ ਪੁਲਿਸ ਦੇ ਹਵਾਲੇ ਦੇ ਨਾਲ ਜਿਹੜੇ ਅਦਲੀਆ ਵੇ ਜਾਂ ਮਹਾਰਾਜਾ ਜਿਹੜਾ ਪਟਿਆਲਾ ਸਨ ਉਹਨਾਂ ਨਾਲ ਅੱਛੇ ਤਾਲੁਕਾਤ ਸਨ। ਅੱਛਾ। ਬਲਕਿ ਮਹਾਰਾਜਾ ਪਟਿਆਲਾ ਨੇ ਮੇਰੇ ਦਾਦੇ ਨੂੰ ਸਰਦਾਰ ਦਾ ਟਾਈਟਲ ਵੀ ਦਿੱਤਾ ਸੀ। ਵਾਹ ਜੀ। ਕਿਉਂਕਿ ਰਿਆਸਤ ਪਟਿਆਲਾ 'ਚ ਮੇਰਾ ਦਾਦਾ ਪੁਲਿਸ ਦੇ ਹਵਾਲੇ ਦੇ ਨਾਲ ਅੱਛੇ ਪੁਲਿਸ ਅਫਸਰਾਂ 'ਚ ਸ਼ਾਮਲ ਸੀ। ਜਿੱਥੇ ਕੋਈ ਮੁਸ਼ਕਲ ਵਕਤ ਆਉਂਦਾ ਸੀ ਮੇਰੇ ਦਾਦਾ ਨੂੰ ਉੱਥੇ ਪੋਸਟ ਕੀਤਾ ਜਾਂਦਾ ਸੀ। ਮੇਰੇ ਜਿਹੜੇ ਅਬਾ ਅਜਦਾਦ ਦੀ ਕਬਰਾਂ ਨੇ ਸਨੌਰ ਇੱਕ ਜਗ੍ਹਾ ਵੇ, ਉਹ ਉੱਥੇ ਨੇ। ਉਹ ਪੂਰਾ ਸਨੌਰ ਸਾਡੇ ਜਿਹੜਾ ਵੀ ਕਬੀਲਾ ਸੀ ਅਸੀਂ ਉੱਥੇ ਦੇ ਸੈਟਲ ਸਾਂ। ਤੇ ਮੇਰੇ ਦਾਦਾ ਨੌਕਰੀ ਦੇ ਹਵਾਲੇ ਦੇ ਨਾਲ ਪਟਿਆਲਾ ਆਏ, ਫਿਰ ਅਸੀਂ ਪਟਿਆਲਾ 'ਚ ਹੀ ਉੱਥੇ ਹੋ ਗਏ। ਲੇਕਿਨ ਸਾਡੀ ਬੇਸ ਜਿਹੜੀ ਹੈ ਸਾਡੇ ਅਬਾ ਅਜਦਾਦ ਦੀ ਪਟਿਆਲੇ ਦੇ ਨਾਲ ਇੱਕ ਸਨੌਰ ਜਗ੍ਹਾ ਹੈ, ਜੀ ਜੀ, ਅਸੀਂ ਉੱਥੇ ਦੇ। ਪਾਰਕ ਸਨ, ਰਾਜਾ ਪਟਿਆਲਾ ਨੇ ਕੋਈ ਪਾਰਕ ਸ਼ਾਰਕ ਬਣਾਏ ਦੇ ਸਨ, ਉਹਦੀ ਬਹੁਤ ਗੱਲਬਾਤ ਕਰਦੇ ਸਨ। ਔਰ ਉਹ ਮੇਰਾ ਖਿਆਲ ਪਾਕਿਸਤਾਨ ਰਹਿਣ ਤੋਂ ਬਾਅਦ ਵੀ ਉਹਨਾਂ ਦੇ ਦਿਲ ਦਿਮਾਗ 'ਚ ਜੋ ਅਸੀਂ ਸਮਝਦੇ ਸੀ ਪਤਾ ਨਹੀਂ ਪਟਿਆਲਾ ਕੋਈ ਜੰਨਤ ਦੀ ਜਗ੍ਹਾ ਹੋਵੇ, ਜਿੰਨੀ ਉਹ ਸ਼ੌਕ ਨਾਲ ਪਟਿਆਲੇ ਦੀ ਗਲੀਆਂ ਦਾ, ਪਟਿਆਲੇ ਦਾ ਜ਼ਿਕਰ ਕਰਦੇ ਸਨ। ਸਾਨੂੰ ਵੀ ਬਲਕਿ ਉਹ ਉਹਨਾਂ ਦੀ ਗੱਲਾਂ ਸੁਣ ਕੇ ਆਇਆ ਕਿ ਸਾਨੂੰ ਇੱਕ ਦਫਾ ਪਟਿਆਲਾ ਜ਼ਰੂਰ ਜਾਣਾ ਚਾਹੀਦਾ। ਬਿਲਕੁਲ ਠੀਕ। तो साधु राम ने क्या कि उन्होंने कहा तेरी बेटियां उठा लांगे। उन्होंने कहा चुक लो, मेरे को आए कोई नहीं। ते मेरे वालिद साहब नु जिंदगी देन च साधु राम दा बड़ा हिस्सा वे। अगर उस वेले वो मेरी माँ का भतीजा था, उसका जो बाप था वो मेरी माँ, हम मामा नथुराम के। अब वो भाई बनाया था जी जी, वो गोश्त खाता। अच्छा। इंस्पेक्टर आशिक मोहम्मद खान तरीन किल्ड केट गुरचा सिंह शूट भाई आशिक मोहम्मद खान तरीन एट बरनाला इंडिया। SP मियां अब्दुल अजीज। जिस जगह पे आप रहते थे उसका बताया आपने? वो पिंडियां वाली गली पटियाले में। हाँ, पिंडियां वाली गली। ठीक है, पिंडियां वाली गली जी बाबा जी रहे। वो खबरें कोई जमाने में वहाँ पिंडियां में हो गया, वो गली का नाम ही पिंडियां वाली गली। हमारे 2 पोर्शन पे, एक मुसलमानों की गली में, दूसरा हिंदुओं की गली। अस्सलाम वालेकुम। वालेकुम सलाम जी सर जी, की हाल है? ठीक हो? अल्लाह दा शुक्र, ठीक ठाक जी। की नाम जी अपना? फरीदुल्लाह खान तरीन जी। जी जी। ਤੁਹਾਡੇ ਵਾਲਿਦ ਸਾਹਿਬ ਦਾ ਨਾਮ? मोहम्मद आसफ खान तरीन जी। ਤੇ ਬਾਬੇ ਦਾ ਨਾਮ ਕੀ ਸੀ? ਦਾਦੇ ਮੇਰੇ ਦਾਦੇ ਦਾ ਨਾਮ ਸੀ ਜੀ ਖਾਨ ਆਸ਼ਿਕ ਮੁਹੰਮਦ ਖਾਨ ਤਰੀਨ। ਰਿਆਸਤ ਪਟਿਆਲਾ 'ਚ ਉਹ ਪੁਲਿਸ ਇੰਸਪੈਕਟਰ ਸਨ। ਅੱਛਾ, ਠੀਕ ਹੈ ਜੀ ਜੀ। ਤੁਸੀਂ ਮਾਈਗ੍ਰੇਟ ਕਰਕੇ ਤੁਹਾਡੇ ਬਜ਼ੁਰਗ? ਹਾਂ ਜੀ, 1947 ਚ ਅਸੀਂ ਪਟਿਆਲਾ ਤੋਂ ਮਾਈਗ੍ਰੇਸ਼ਨ ਕਰਕੇ ਲਾਹੌਰ ਤੋਂ ਫਿਰ ਮੇਰੇ ਤਾਇਆ ਇੱਥੇ ਪੁਲਿਸ 'ਚ ਸਨ ਸਿਆਲਕੋਟ। ਅੱਛਾ। ਤੇ ਫਿਰ ਅਸੀਂ ਸਿਆਲਕੋਟ ਹੀ ਉਹ ਪੋਸਟਡ ਸਨ ਜੀ ਜੀ। ਤੇ ਫਿਰ ਅਸੀਂ ਸਿਆਲਕੋਟ ਹੀ ਆ ਗਏ। ਅੱਛਾ, 47 ਤੋਂ ਪਹਿਲੇ ਹੀ ਉਹ ਪਟਿਆਲਾ ਤੋਂ ਜਿਹੜੀ ਆਪਣਾ ਪਹਿਲੇ ਪਾਕਿਸਤਾਨ ਹਿੰਦੁਸਤਾਨ ਇਕੱਠਾ ਹੀ ਸੀ। ਤੇ ਮੇਰਾ ਇੱਕ ਤਾਇਆ ਸਨ, ਉਹ ਵੀ ਪੁਲਿਸ 'ਚ ਸਨ ਤੇ ਉਹ ਸਿਆਲਕੋਟ 'ਚ ਲੱਗੇ ਦੇ ਸਨ। ਜੀ ਜੀ। ਤੇ ਮੇਰੇ ਦਾਦਾ ਰਿਟਾਇਰ ਹੋ ਗਏ ਦੇ ਸਨ ਉਸ ਵੇਲੇ, ਉਹ ਪਟਿਆਲਾ 'ਚ ਹੀ ਸਨ। ਬਲਕਿ ਮੇਰੇ ਇੱਕ ਤਾਇਆ ਹੋਰ ਵੀ ਸਨ, ਉਹ ਵੀ ਉੱਥੇ ਹੀ ਸਨ। ਤੇ ਮਾਈਗ੍ਰੇਸ਼ਨ ਤੋਂ ਬਾਅਦ ਫਿਰ ਅਸੀਂ ਲਾਹੌਰ ਆਏ, ਪਟਿਆਲਾ ਤੋਂ ਲਾਹੌਰ ਆਏ, ਲਾਹੌਰ ਤੋਂ ਫਿਰ ਅਸੀਂ ਸਿਆਲਕੋਟ ਆ ਗਏ। ਇੱਥੇ ਹੀ ਫਿਰ ਜ਼ਮੀਨਾਂ ਵਗੈਰਾ ਅਲਾਟ ਕਰਕੇ ਅਸੀਂ ਫਿਰ ਇੱਥੇ ਹੀ ਸੈਟਲ ਹੋ ਗਏ। ਜੀ ਠੀਕ ਹੈ ਠੀਕ ਹੈ। ਤੇ ਕੀ ਕੁਝ ਬਜ਼ੁਰਗ ਤੁਹਾਡੇ ਕਿੱਸੇ ਦੱਸਦੇ ਤੁਹਾਨੂੰ ਕਿ ਜਦੋਂ ਅਸੀਂ ਛੱਡਿਆ ਪਟਿਆਲਾ ਤੇ ਕੋਈ ਸਾਡੇ ਤੇ ਕੋਈ ਐਸਾ ਕੋਈ ਮਤਲਬ ਤੁਹਾਡੇ ਖਾਨਦਾਨ ਦੇ ਕੋਈ ਹਮਲਾ, ਕੋਈ ਜੱਥਾ, ਇਸ ਤਰ੍ਹਾਂ ਦੀ ਕੋਈ ਗੱਲਬਾਤ ਕੋਈ ਤੁਹਾਡੇ ਨਾਲ? ਹਾਂ ਜੀ, ਪਟਿਆਲੇ ਦੇ ਹਵਾਲੇ ਦੇ ਨਾਲ ਮੇਰੇ ਵਾਲਿਦ ਸਾਹਿਬ ਵਗੈਰਾ 6 ਭਾਈ ਸਨ, 2 ਭੈਣਾਂ ਸਨ। ਜੀ ਜੀ। ਤੇ ਜਦੋਂ ਆਪਸ 'ਚ ਸਾਰੇ ਭਾਈ ਇਕੱਠੇ ਹੁੰਦੇ ਸਨ ਤੇ ਸਾਨੂੰ ਇੰਝ ਹੀ ਲੱਗਦਾ ਸੀ ਜਿਸ ਤਰ੍ਹਾਂ ਅਸੀਂ ਪਟਿਆਲੇ 'ਚ ਹੀ ਬੈਠੇ ਆ। ਉਹ ਗਲੀਆਂ, ਉਹ ਸਕੂਲ, ਉਹ ਯਾਰੀਆਂ, ਦੋਸਤੀਆਂ,
ਕਿਉਂਕਿ ਉਸ ਜ਼ਮਾਨੇ 'ਚ ਮੁਸਲਮਾਨ, ਹਿੰਦੂ ਔਰ ਸਿੱਖ ਸਾਰੇ ਇੱਕ ਬਰਾਦਰਾਨਾ ਤੌਰ ਤੇ ਆਪਸ 'ਚ ਪਿਆਰ ਮੁਹੱਬਤ 'ਚ ਰਹਿੰਦੇ ਸਨ। ਤੇ ਨਾ ਸਿਰਫ ਮੁਸਲਮਾਨ ਆਪਸ 'ਚ ਚਾਚੇ ਤਾਏ ਹੁੰਦੇ ਸਨ, ਬਲਕਿ ਮੈਂ ਆਪਣੇ ਵਾਲਿਦ ਸਾਹਿਬ ਤੋਂ, ਆਪਣੇ ਚਾਚਿਆਂ ਤੋਂ ਇਹ ਵੀ ਸੁਣਿਆ ਕਿ ਫਲਾਣਾ ਜਿਹੜੇ ਸਿੱਖ ਸਨ ਉਹ ਸਾਡਾ ਚਾਚਾ, ਉਹ ਤੇ ਮਾਮਾ ਉਹ, ਇਸ ਤਰ੍ਹਾਂ ਦੀ ਖਾਨਦਾਨੀ ਹਵਾਲੇ ਦੇ ਨਾਲ ਮਹਿਫੂਜ਼ ਬੈਠੇ ਦੇ ਸਨ। ਜਦੋਂ 1947 ਦਾ ਇਹ ਸਾਰਾ ਸਿਲਸਿਲਾ ਬਣਿਆ, ਪਾਕਿਸਤਾਨ ਔਰ ਹਿੰਦੁਸਤਾਨ ਦਾ ਸਾਰਾ ਸਿਲਸਿਲਾ ਬਣਿਆ, ਤੇ ਮੇਰੇ ਵਾਲਿਦ ਦਾਦੇ ਨੂੰ ਕਈਆਂ ਨੇ ਕਿਹਾ ਕਿ ਵਕਤ ਤੋਂ ਪਹਿਲੇ ਤੁਸੀਂ ਪਾਕਿਸਤਾਨ ਚਲੇ ਜਾਓ, ਇਹ ਹਿੰਦੁਸਤਾਨ ਨੂੰ ਪਟਿਆਲਾ ਲੱਭੇਗਾ। ਮੇਰੇ ਦਾਦੇ ਦਾ ਕਹਿਣਾ ਸੀ ਕਿ ਸਾਡਾ ਇੱਥੇ ਇੰਨਾ ਪਿਆਰ ਮੁਹੱਬਤ ਵਾਲਾ ਤਾਲੁਕ ਹੈ, ਸਾਨੂੰ ਕਿਸੇ ਨੇ ਕੀ ਛੇੜਨਾ ਹੈ, ਸਾਨੂੰ ਕੋਈ ਨਹੀਂ ਤੰਗ ਕਰੇਗਾ, ਅਸੀਂ ਕਿਉਂ ਜਾਈਏ ਆਪਣੀ ਜ਼ਮੀਨਾਂ 'ਚ ਦਾਦਾ ਆਪਣਾ ਤਾਲੁਕ ਛੱਡ ਕੇ। ਲੇਕਿਨ ਇੱਕ ਟਾਈਮ ਐਸਾ ਆਇਆ ਕਿ ਲੋਕਾਂ ਨੇ ਦੱਸਿਆ ਕਿ ਤੁਹਾਡੇ ਤੇ ਹਮਲਾ ਹੋਏਗਾ ਤੇ ਤੁਸੀਂ ਨਿਕਲ ਚਲੋ। ਮੇਰੇ ਦਾਦੇ ਨੇ ਕਿਹਾ ਨਹੀਂ, ਮੇਰੇ ਤੇ ਕੋਈ ਹਮਲਾ ਨਹੀਂ ਕਰ ਸਕਦਾ, ਕਿਉਂਕਿ ਮੇਰਾ ਦਾਦਾ ਪੁਲਿਸ 'ਚ ਵੀ ਸਨ ਤੇ ਮੇਰੇ ਵਾਲਿਦ ਸਾਹਿਬ ਉੱਥੇ ਅਸਲੇ ਦੀ ਇੱਕ ਦੁਕਾਨ ਸੀ ਪਟਿਆਲੇ 'ਚ, ਉਹ ਵੀ ਕਰਦੇ ਸਨ। ਬਲਕਿ ਆਪਣੇ ਵੱਡਿਆਂ ਤੋਂ ਇਹ ਸਾਰੀ ਜ਼ਿੰਦਗੀ ਹੀ, ਜਦੋਂ ਤੱਕ ਉਹ ਜ਼ਿੰਦਾ ਰਹੇ, ਅਸੀਂ ਪਟਿਆਲੇ ਦੀ ਗਲੀਆਂ ਸੜਕਾਂ ਦਾ ਜ਼ਿਕਰ ਹੀ ਸੁਣਦੇ ਰਹੇ। ਆਪਸ ਵਿੱਚ ਜਦੋਂ ਇਕੱਠੇ ਹੁੰਦੇ ਸਨ, ਫਿਰ ਮੇਰੇ ਦਾਦੇ ਦੇ ਪਟਿਆਲਾ ਪੁਲਿਸ ਦੇ ਹਵਾਲੇ ਦੇ ਨਾਲ ਜਿਹੜੇ ਅਦਲੀਆ ਵੇ ਜਾਂ ਮਹਾਰਾਜਾ ਜਿਹੜਾ ਪਟਿਆਲਾ ਸਨ, ਉਹਨਾਂ ਨਾਲ ਅੱਛੇ ਤਾਲੁਕਾਤ ਸਨ। ਬਲਕਿ ਮਹਾਰਾਜਾ ਪਟਿਆਲਾ ਨੇ ਮੇਰੇ ਦਾਦੇ ਨੂੰ ਸਰਦਾਰ ਦਾ ਟਾਈਟਲ ਵੀ ਦਿੱਤਾ ਸੀ, ਕਿਉਂਕਿ ਰਿਆਸਤ ਪਟਿਆਲਾ 'ਚ ਮੇਰਾ ਦਾਦਾ ਪੁਲਿਸ ਦੇ ਹਵਾਲੇ ਦੇ ਨਾਲ ਅੱਛੇ ਪੁਲਿਸ ਅਫਸਰਾਂ ਸ਼ਾਮਲ ਸੀ। ਜਿੱਥੇ ਕੋਈ ਮੁਸ਼ਕਲ ਵਕਤ ਆਉਂਦਾ ਸੀ, ਮੇਰੇ ਦਾਦਾ ਨੂੰ ਉੱਥੇ ਪੋਸਟ ਕੀਤਾ ਜਾਂਦਾ ਸੀ। ਠੀਕ। ਤੇ ਉਸ ਹਵਾਲੇ ਦੇ ਨਾਲ ਮੇਰੇ ਦਾਦਾ ਨੂੰ ਵੀ ਸੀ ਕਿ ਸਾਨੂੰ ਇੱਥੋਂ ਕਿਸੇ ਨੇ ਕੀ ਕੱਢਣਾ। ਲੇਕਿਨ ਜਦੋਂ ਵਾਲਿਦ ਸਾਹਿਬ ਵਗੈਰਾ ਆਪਸ 'ਚ ਗੱਲ ਕਰਦੇ ਸਨ, ਇੱਕ ਤੇ ਇਲਾਕਾ ਛੋੜਿਆ ਉਹਨਾਂ ਨੇ, ਫਿਰ ਉਸ ਤੋਂ ਬਾਅਦ ਜੋ ਜਿਸ ਤਰ੍ਹਾਂ ਦੇ ਹਾਲਾਤ 'ਚ ਉਹ ਘਰੋਂ ਬੇਘਰ ਹੋਏ, ਘਰ ਛੱਡਿਆ, ਕੈਂਪਾਂ 'ਚ ਰਹੇ, ਭੁੱਖਾਂ ਵੀ ਕੱਟੀਆਂ, ਬਗੈਰ ਜਿਹੜੇ ਆਮ ਜੋ ਕੱਪੜੇ ਪਾਏ ਸਨ ਉਹੀ ਕੱਪੜੇ ਸਨ, ਨਾਲ ਲੈ ਕੇ ਵੀ ਨਹੀਂ ਆ ਸਕੇ, ਐਮਰਜੈਂਸੀ ਘਰ ਛੱਡਿਆ ਗਿਆ। ਉਹ ਜਦੋਂ ਕਹਾਣੀਆਂ ਸੁਣਾਉਂਦੇ ਸਨ ਤੇ ਦੁੱਖ ਵੀ ਹੁੰਦਾ ਸੀ ਕਿ ਆਪਣਾ ਘਰ ਛੱਡਣਾ ਕਿੰਨਾ ਮੁਸ਼ਕਲ ਕੰਮ ਹੈ। ਤੇ ਹੋਇਆ ਵੀ ਇਸ ਤਰ੍ਹਾਂ ਹੀ ਸੀ ਕਿ ਮੇਰੇ ਦਾਦੇ ਨੂੰ ਵਕਤ ਤੋਂ ਪਹਿਲੇ ਦੱਸਿਆ ਗਿਆ ਕਿ ਤੁਸੀਂ ਪਟਿਆਲਾ ਛੱਡ ਜਾਓ, ਤੁਹਾਡੇ ਤੇ ਹਮਲਾ ਪਲਾਨ ਕਰ ਲਿੱਤਾ ਗਿਆ ਹੋਵੇ। ਤੇ ਮੇਰੇ ਦਾਦੇ ਨੇ ਕਿਹਾ ਕਿਸੇ ਨੂੰ ਐਸੀ ਜ਼ਰੂਰਤ ਨਹੀਂ ਹੋ ਸਕਦੀ, ਕਿਉਂਕਿ ਮੈਂ ਪੁਲਿਸ 'ਚ ਵੀ ਰਿਹਾ ਵਾਂ ਤੇ ਮੇਰੇ ਦਾਦੇ ਦੇ ਅੱਛੇ ਤਾਲੁਕਾਤ ਵੀ ਸਨ ਤੇ ਮੇਰੇ ਦੋ ਤਾਏ ਵੀ ਪੁਲਿਸ 'ਚ ਸਨ। ਮੇਰੇ ਵਾਲਿਦ ਸਾਹਿਬ ਇਲਾਕੇ ਦੇ ਵਿੱਚ ਇੱਕ ਰੋਬ ਰੱਖਦੇ ਸਨ ਉਸ ਪੂਰੇ ਇਲਾਕੇ 'ਚ। ਤੇ ਔਰ ਸਿੱਖ ਕਮਿਊਨਿਟੀ ਔਰ ਹਿੰਦੂ ਕਮਿਊਨਿਟੀ ਦੇ ਨਾਲ ਵੀ ਉਹਨਾਂ ਦੇ ਚਾਚੇ ਤਾਏ ਇਸ ਤਰ੍ਹਾਂ ਦੇ ਘਰੇਲੂ ਬਰਾਦਰਾਨਾ ਤਾਲੁਕਾਤ ਸਨ। ਲੇਕਿਨ ਜਦੋਂ ਪਾਰਟੀਸ਼ਨ ਬਣਿਆ ਤੇ ਫਿਰ ਤੇ ਇਹ ਵੇ ਕਿ ਹਰ ਚੀਜ਼ ਉੱਤੇ ਦੀ ਉੱਤੇ, ਥੱਲੇ ਦੀ ਥੱਲੇ ਹੋ ਗਈ, ਕਤਲੋ ਗਾਰਤ ਸ਼ੁਰੂ ਹੋ ਗਈ। ਫਿਰ ਜਦੋਂ ਕਤਲੋ ਗਾਰਤ ਸ਼ੁਰੂ ਹੋਈ ਤੇ ਇੱਕ ਦਫਾ ਹਮਲਾ ਵੀ ਹੋਇਆ। ਤੇ ਬਲਕਿ ਮੇਰੇ ਚਾਚਾ ਅਨਵਰ ਜਿਹੜਾ ਇੱਥੇ ਲੱਦਰ ਜਿੱਥੇ ਅਸੀਂ ਰਹਿ ਰਹੇ ਹਾਂ ਇੱਥੇ, ਉਹ ਕਾਫੀ ਐਕਟਿਵ ਹੀ ਰਹੇ। ਉਹ ਸਾਨੂੰ ਦੱਸਦੇ ਹੁੰਦੇ ਸਨ ਕਿ ਮੈਂ ਆਪਣੇ ਬਾਪ ਨੂੰ ਸੁਣਿਆ ਕਿ ਅਗਰ ਹਮਲਾ ਹੋਇਆ, ਤੇ ਮੇਰੀ ਬੜੇ ਭਾਈ ਨੂੰ ਦੱਸ ਰਹੇ ਸਨ ਕਿ ਅਗਰ ਹਮਲਾ ਹੋਇਆ ਤੇ ਅਗਰ ਅਸੀਂ ਤਾਂ ਲੜਾਂਗੇ, ਅਗਰ ਲੜਦੇ ਹੋਇਆ ਤੇ ਅਗਰ ਅਸੀਂ ਮਰ ਮੁਰ ਗਏ ਤੇ ਤੂੰ ਸਭ ਤੋਂ ਪਹਿਲੇ ਆਪਣੀ ਮਾਂ ਨੂੰ ਤੇ ਦੋਵਾਂ ਭੈਣਾਂ ਨੂੰ ਮਾਰ ਦੇਣਾ। ਉਹ ਚਾਚਾ ਕਹਿੰਦਾ ਮੇਰੀ 12 ਸਾਲ ਉਮਰ ਸੀ ਜਦੋਂ ਮੈਂ ਆਪਣੇ ਬਾਪ ਤੋਂ ਇਹ ਲਫ਼ਜ਼ ਸੁਣਿਆ ਤੇ ਮੇਰੇ ਬਾਲ ਖੜੇ ਹੋ ਗਏ। ਮੈਂ ਕਿਹਾ ਇੱਥੇ ਇਹ ਕੁਝ ਹੋਏਗਾ। ਤੇ ਉਹ ਫਿਰ ਇੱਕ ਦਾਦਾ ਮੇਰੇ ਵਾਲਿਦ ਸਾਹਿਬ ਦੱਸਦੇ ਹੁੰਦੇ ਸਨ ਕਿ ਕੋਈ ਮੇਜਰ ਬੇਦੀ ਸੀ, ਉਹ ਦਾਦੇ ਦੇ ਦੋਸਤ ਦਾ ਭਾਂਜਾ ਸੀ, ਉਹ ਫੌਜ 'ਚ ਸੀ। ਤੇ ਉਹਨੇ ਸਾਨੂੰ ਆ ਕੇ ਉੱਥੋਂ ਕੱਢਣ ਲੱਗੇ। ਉਹਨੇ ਕਿਹਾ ਜੀ ਹੁਣ ਤੁਸੀਂ ਨਿਕਲੋ, ਇਹ ਸਮਾਨ ਨਿਕਾਲਣ ਲੱਗੇ। ਉਹਨੇ ਕਿਹਾ ਜੀ ਸਮਾਨ ਨਹੀਂ, ਤੁਸੀਂ ਆਪਣੀ ਜਾਨ ਹੀ ਨਿਕਾਲ ਲਓ ਤੇ ਬੜੀ ਗੱਲ ਹੈ, ਮੈਂ ਡਿਊਟੀ ਛੋੜ ਕੇ ਆਇਆ ਵਾਂ। ਤੇ ਉਹ ਜਦੋਂ ਦਾਦਾ ਨਿਕਲਣ ਲੱਗੇ ਤੇ ਪੂਰਾ ਮਹੱਲਾ ਇਕੱਠਾ ਹੋ ਕੇ ਮੇਰੇ ਦਾਦੇ ਕੋਲ ਆ ਗਿਆ। ਇੱਕ ਸਾਈਡ ਤੇ ਸਾਡੀ ਮੁਸਲਮਾਨਾਂ ਵਾਲੀ ਗਲੀ ਸੀ, ਦੂਸਰੀ ਗਲੀ ਸਾਡੀ ਹਿੰਦੂਆਂ ਵਾਲੀ ਗਲੀ ਸੀ। ਦੋ ਦਰਵਾਜ਼ੇ ਸਨ ਸਾਡੇ ਘਰ ਦੇ ਪਟਿਆਲਾ 'ਚ। ਤੇ ਉਹ ਘਰ ਮੇਰਾ ਖਿਆਲ ਹੈ ਕੋਈ ਭਿੰਡੀਆਂ ਵਾਲੀ ਗਲੀ ਹੈ ਪਟਿਆਲੇ 'ਚ। ਹਾਂਜੀ, ਪਟਿਆਲੇ 'ਚ ਭਿੰਡੀਆਂ ਵਾਲੀ ਗਲੀ, ਕੋਈ ਠੰਡੀ ਸੜਕ ਤੇ ਇਹ ਸੁਣਿਆ ਸੀ। ਜ਼ਰੂਰ ਦੱਸੋ ਜੀ ਐਡਰੈਸ ਤੁਸੀਂ ਪੂਰਾ, ਮਤਲਬ ਕਿ ਭਿੰਡੀਆਂ ਵਾਲੀ ਗਲੀ। ਹਾਂ, ਭਿੰਡੀਆਂ ਵਾਲੀ ਗਲੀ। ਬਾਕੀ ਤੇ ਵੱਡਿਆਂ ਤੋਂ ਮੈਂ ਵੀ ਕੁਝ ਭੁੱਲ ਗਿਆ, ਲੇਕਿਨ ਭਿੰਡੀਆਂ ਵਾਲੀ ਗਲੀ। ਤੇ ਕੁਝ ਉੱਥੇ ਜਿਹੜੇ ਹਮਸਾਏ ਸਨ ਉਹਨਾਂ ਦਾ ਵੀ ਜ਼ਿਕਰ ਕਰਦੇ ਸਨ। ਬਲਕਿ ਮੇਰੇ ਚਾਚਾ ਮਾਸ਼ਾਅੱਲਾ 6 ਭਰਾਵਾਂ 'ਚ ਇੱਕ ਮੇਰਾ ਚਾਚਾ ਹਯਾਤ ਨੇ, ਤੇ ਉਹਨਾਂ ਤੋਂ ਪੁੱਛ ਕੇ ਤੁਹਾਨੂੰ ਇਨਫੋਰਮੇਸ਼ਨ ਮੈਂ ਹੋਰ ਵੀ ਦੇ ਸਕਣਾ ਜੀ। ਤੇ ਅਗਰ ਉਸ ਇਲਾਕੇ ਦੇ ਭਰਾ ਸੁਣਦੇ ਹੋਣ, ਬਜ਼ੁਰਗ ਹੋਣ, ਤੇ ਮੇਰਾ ਖਿਆਲ ਉਸ ਮੇਰੇ ਦਾਦੇ ਦੇ, ਮੇਰੇ ਚਾਚੇ ਵਾਲਿਦ ਸਾਹਿਬ ਦੇ ਉਮਰ ਦੇ ਦੋਸਤ ਉਸ ਬਜ਼ੁਰਗ ਰਹੇ ਨਹੀਂ ਹੋਣੇ। ਬਿਲਕੁਲ ਜੀ। ਲੇਕਿਨ ਜਿਸ ਤਰ੍ਹਾਂ ਅਸੀਂ ਗੱਲਾਂ ਕਰ ਰਹੇ, ਉਹਨਾਂ ਦੇ ਔਲਾਦਾਂ ਤੇ ਹੋਣਗੀਆਂ ਉੱਥੇ ਉਸ ਇਲਾਕੇ 'ਚ ਬੈਠੀਆਂ ਹੋਣਗੀਆਂ। ਤੇ ਅੱਜ ਤੱਕ ਬਜ਼ੁਰਗਾਂ ਦੇ ਦਿਮਾਗ 'ਚੋਂ ਪਟਿਆਲਾ ਨਹੀਂ ਨਿਕਲਿਆ ਜੀ। ਨਹੀਂ। ਫਿਰ ਵਾਲਿਦ ਸਾਹਿਬ ਮੇਰੇ ਨੂੰ ਛੋੜ ਦਿੱਤਾ ਗਿਆ ਉੱਥੇ
ਪੂਰਾ ਮਹੱਲਾ ਕਹਿਣ ਲੱਗਿਆ ਜੀ ਅਸੀਂ ਤੇ ਤੁਹਾਡੇ ਸਿਰ ਤੇ ਬੈਠੇ ਸਾਂ, ਅੱਛਾ। ਤੁਸੀਂ ਅਗਰ ਨਿਕਲਣ ਲੱਗੇ ਹੋ ਤੇ ਸਾਡਾ ਕੀ ਬਣੇਗਾ। ਹਾਂ ਫਿਰ ਦਾਦੇ ਨੇ ਕਿਹਾ ਠੀਕ ਹੈ ਮੈਂ ਸਮਾਨ ਕੋਈ ਨਹੀਂ ਖੜਦਾ, ਉਹਨੂੰ ਮੇਜਰ ਬੇਦੀ ਨੂੰ ਕਿਹਾ ਕਿ ਇਹ ਜਿਹੜੇ ਮੇਰੇ ਮੁਸਲਮਾਨ ਭਾਈ ਨੇ ਇਹਨਾਂ ਨੂੰ ਵੀ ਤੁਸੀਂ ਕੈਂਪ ਤੱਕ ਪਹੁੰਚਾਓ। ਠੀਕ। ਤੇ ਉਹਨੇ ਕਿਹਾ ਜੀ ਮੈਂ ਤੇ ਨੌਕਰੀ ਦੇ ਖਤਰੇ 'ਚ ਪਾ ਕੇ ਆਇਆ ਵਾਂ, ਮੇਰੀ ਨੌਕਰੀ ਇੱਥੇ ਨਹੀਂ ਹੈਗੀ, ਸਿਰਫ ਮੈਨੂੰ ਮੇਰੇ ਮਾਮੇ ਨੇ ਕਿਹਾ ਸੀ ਤੇ ਮੈਂ ਆ ਗਿਆ। ਮੇਰੇ ਦਾਦੇ ਨੇ ਕਿਹਾ ਅਗਰ ਇਹਨਾਂ ਨੂੰ ਖੋਲੋਗੇ ਤੇ ਮੈਂ ਜਾਵਾਂਗਾ, ਨਹੀਂ ਤੇ ਮੈਂ ਨਹੀਂ ਜਾਵਾਂਗਾ। ਵਾਹ ਜੀ ਵਾਹ। ਤੇ ਮੇਰੇ ਪੂਰੇ ਮਹੱਲੇ ਨੂੰ, ਪੂਰੀ ਜਿਹੜੀ ਗਲੀ ਸੀ ਉਹਨੂੰ ਕੈਂਪ ਤੱਕ ਪਹੁੰਚਾਇਆ ਉਸ ਮੇਜਰ ਬੇਦੀ ਨੇ। ਜੀ ਜੀ। ਤੇ ਉਸ ਤੋਂ ਬਾਅਦ ਮੇਰੇ ਵਾਲਦ ਸਾਹਿਬ ਨੂੰ ਉਸ ਘਰ 'ਚ ਛੱਡ ਗਏ, ਆਪਣੇ ਘਰ 'ਚ, ਕਿ ਜਦੋਂ ਹਾਲਾਤ ਠੀਕ ਹੋਣਗੇ ਅਸੀਂ ਫੇਰ ਵਾਪਸ ਆ ਜਾਾਂਗੇ। ਠੀਕ। ਤੇ ਰਾਤ ਦੇ ਵਾਲਦ ਸਾਹਿਬ ਦੱਸਦੇ ਨੇ ਕਿ ਰਾਤ ਦੇ ਕੋਈ 8-9 ਵਜੇ ਹਮਲਾ ਹੋ ਗਿਆ ਤੇ ਮੇਰੇ ਵਾਲਿਦ ਸਾਹਿਬ ਨੇ ਦੀਵਾਰ ਟੱਪੀ ਤੇ ਨਾਲ ਵਾਲੇ ਮਸਾਏ ਦੇ ਛੱਤ 'ਚੋਂ ਛੁਪ ਗਏ। ਹਮਲਾ ਘਰ ਵਿੱਚ ਹੀ ਹੋਇਆ? ਹਾਂ ਹਮਲਾ ਬਾਕੀ ਦੇ ਜੀ ਕੈਂਪ ਤੱਕ ਪਹੁੰਚ ਗਏ, ਚਲੇ ਗਏ ਸਨ, ਠੀਕ। ਲੇਕਿਨ ਘਰ 'ਚ ਖਾਲੀ ਸੀ, ਮੇਰੇ ਵਾਲਦ ਸਾਹਿਬ ਉੱਥੇ ਹੈ ਸਨ। ਜੀ ਠੀਕ। ਕਿਉਂਕਿ ਜੰਪਲ ਉੱਥੇ ਹੀ ਸਨ, ਸਾਰੇ ਹੀ ਜਿਹੜੇ ਮਹੱਲੇ ਵਾਲੇ ਗਲੀ ਵਾਲੇ ਸਾਰੇ ਰਿਸ਼ਤੇਦਾਰਾਂ ਦੀ ਤਰ੍ਹਾਂ ਹੀ ਸਨ। ਜੀ ਜੀ। ਤੇ ਉਹ ਜਦੋਂ ਹਮਲਾ ਬਾਹਰੋਂ ਹੋ ਗਿਆ ਕਾਫੀ ਬੜਾ ਜਲੂਸ ਆਇਆ ਔਰ ਉੱਥੇ ਹਮਲਾ ਹੋਇਆ। ਮੇਰੇ ਵਾਲਿਦ ਸਾਹਿਬ ਨੇ ਛੱਤ ਤੇ ਜਾ ਕੇ ਨਾਲ ਵਾਲੀ ਛੱਤ ਤੇ ਛਲਾਂਗ ਮਾਰੀ। ਇੱਕ ਹਿੰਦੂ ਸਨ, ਉਹਨਾਂ ਦੇ ਘਰ 'ਚ ਵਾਲਿਦ ਸਾਹਿਬ ਨੇ ਪਨਾਹ ਲਈ, ਉਹਨਾਂ ਨੇ ਮੇਰੇ ਵਾਲਿਦ ਸਾਹਿਬ ਨੂੰ ਸਾਈਡ ਤੇ ਛੁਪਾ ਦਿੱਤਾ। ਅੱਛਾ। ਤੇ ਉਹ ਜਿਹੜੇ ਲੋਕਾਂ ਨੇ ਛਾਲ ਮਾਰਦੇ ਹੋਏ ਕਿਧਰੇ ਵੇਖ ਲਿੱਤਾ ਵਾਲਿਦ ਸਾਹਿਬ ਨੂੰ ਤੇ ਉਹਨਾਂ ਨੇ ਕਿਹਾ ਤੇਰੀ ਬੇਟੀਆਂ ਉਠਾ ਲਾਂਗੇ ਤੇ ਇੱਥੋਂ ਕਿਉਂ ਛੁਪਿਆ। ਉਹਨੇ ਕਿਹਾ ਬਿਲਕੁਲ ਕੋਈ ਨਹੀਂ ਛੁਪਿਆ, ਮੇਰੇ ਘਰ ਦੀ ਤਲਾਸ਼ੀ ਲੈ ਲਓ, ਕੋਈ ਨਹੀਂ ਛੁਪਿਆ। ਅੱਛਾ। ਤੇ ਉਹ ਖੈਰ ਵਾਲਿਦ ਸਾਹਿਬ ਜਦੋਂ ਲੁੱਟ ਮਾਰ ਕਰਕੇ ਚਲੇ ਗਏ, ਅੱਗਾਂ ਛੱਗਾਂ ਲਾ ਕੇ ਚਲੇ ਗਏ, ਤੇ ਉਸ ਤੋਂ ਬਾਅਦ ਫਿਰ ਮੇਰੇ ਵਾਲਿਦ ਸਾਹਿਬ ਨੇ ਆਪਣਾ ਘਰ ਦੇਖਿਆ, ਸਭ ਉਜੜ ਗਿਆ ਦਾ ਸੀ। ਫਿਰ ਮੇਰੇ ਵਾਲਿਦ ਸਾਹਿਬ ਛੁਪਦੇ ਛੁਪਾਉਂਦੇ ਫਿਰ ਉਹ ਕੈਂਪ 'ਚ ਚਲੇ ਗਏ। ਕੈਂਪ 'ਚ ਫਿਰ ਜਿਹੜੀ ਕੋਈ ਟ੍ਰੇਨ ਵਗੈਰਾ ਪਾਕਿਸਤਾਨ ਆ ਰਹੀ ਸੀ, ਉਸ ਟ੍ਰੇਨ 'ਚ ਬੈਠ ਕੇ ਫਿਰ ਅਸੀਂ ਵਾਘਾ ਦੇ ਜ਼ਰੀਏ ਲਾਹੌਰ ਆ ਗਏ। ਫਿਰ 1947 ਤੋਂ ਲੈ ਕੇ ਫਿਰ ਇੱਥੇ ਤੱਕ ਮੇਰਾ ਤਾਇਆ ਸਿਆਲਕੋਟ 'ਚ ਪੁਲਿਸ 'ਚ ਸਨ। ਫਿਰ ਫੈਮਿਲੀ ਅਸੀਂ ਇੱਥੇ ਸੈਟਲ ਹੋ ਗਈ, ਇੱਥੇ ਜਿਹੜੀ ਜ਼ਮੀਨਾਂ ਸਨ ਇੱਥੇ ਅਸੀਂ ਅਲਾਟ ਵਗੈਰਾ ਕਰਾ ਲਈਤੀ, ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਇੱਥੇ ਹੀ ਹਾਂ। ਬਾਕੀ ਇਹ ਵੀ ਕਿ ਜਿਹੜੇ ਮੇਰੇ ਅਬਾਉਜਦਾਦ ਸਨ ਉਹ ਪਟਿਆਲੇ ਦੇ ਨਾਲ ਅੰਬਾਲਾ ਔਰ ਪਟਿਆਲਾ ਔਰ ਸਨੌਰ, ਮੇਰੇ ਜਿਹੜੇ ਅਬਾਉਜਦਾਦ ਦੀ ਕਬਰਾਂ ਨੇ, ਸਨੌਰ ਇੱਕ ਜਗ੍ਹਾ ਵੇ, ਉਹ ਉੱਥੇ ਨੇ, ਉਹ ਪੂਰਾ ਸਨੌਰ ਸਾਡੇ ਜਿਹੜਾ ਵੀ ਕਬੀਲਾ ਸੀ ਅਸੀਂ ਉੱਥੇ ਦੇ ਸੈਟਲ ਸਾਂ। ਤੇ ਮੇਰੇ ਦਾਦਾ ਨੌਕਰੀ ਦੇ ਹਵਾਲੇ ਦੇ ਨਾਲ ਪਟਿਆਲਾ ਆਏ, ਫਿਰ ਅਸੀਂ ਪਟਿਆਲਾ 'ਚ ਹੀ ਉੱਥੇ ਹੋ ਗਏ, ਲੇਕਿਨ ਸਾਡੀ ਬੇਸ ਜਿਹੜੀ ਹੈ ਸਾਡੇ ਅਬਾਉਜਦਾਦ ਦੀ ਪਟਿਆਲੇ ਦੇ ਨਾਲ ਇੱਕ ਸਨੌਰ ਜਗ੍ਹਾ ਹੈ। ਜੀ ਜੀ। ਅਸੀਂ ਉੱਥੇ ਦੇ ਹਾਂ। ਤੇ ਕਦੀ ਮੌਕਾ ਨਹੀਂ ਮਿਲਿਆ ਤੁਹਾਡੇ ਵਾਲਦ ਸਾਹਿਬ ਨੂੰ, ਤੁਹਾਡੇ ਬਜ਼ੁਰਗਾਂ ਨੂੰ 47 ਤੋਂ ਬਾਅਦ ਇੱਥੇ ਆ ਕੇ ਵਾਪਸ ਜਾਣ ਦਾ? ਸ਼ੁਰੂ 'ਚ ਗਏ ਨੇ, ਸ਼ੁਰੂ 'ਚ ਉਹਨਾਂ ਦੇ ਦੋਸਤ ਅਹਿਬਾਬ ਉੱਥੋਂ ਵੀ ਆਏ ਨੇ। ਅੱਛਾ। ਹਾਂ, ਕਿਉਂਕਿ ਮੇਰਾ ਦਾਦਾ ਪਟਿਆਲੇ 'ਚ ਇੱਕ ਨੁਮਾਇਆ ਪਰਸਨੈਲਿਟੀ ਸੀ, ਉਹਨਾਂ ਦੇ ਦੋਸਤ ਵੀ ਆਉਂਦੇ ਰਹੇ ਨੇ, ਉਹਨਾਂ ਦੀ ਖੱਤੋ ਖਤਾਬਤ ਵੀ ਸਾਡੇ ਕੋਲ ਹੈ ਵੇ, ਬਲਕਿ ਮੈਂ ਇਹਦਾ ਲੇਟ ਹੋ ਗਿਆ ਇਸ ਹਵਾਲੇ ਦੇ ਨਾਲ ਕਿ ਮੈਂ ਦਾਦੇ ਦੀ ਜਿਹੜੀ ਖੱਤੋ ਖਤਾਬਤ ਤੇ ਜਿਹੜੇ ਉਹਨਾਂ ਦੇ 1936 1928 ਦੀ ਪੁਲਿਸ ਦੇ ਜਿਹੜੇ ਖਬਰਾਂ ਸਨ ਉਹ ਮੈਂ ਢੂੰਡ ਰਿਹਾ ਸੀ, ਉਹ ਮੈਨੂੰ ਮਿਲੀ ਹੀ ਨਹੀਂ। ਉਹਦੇ 'ਚ ਖਬਰਾਂ ਜਿਸ ਤਰ੍ਹਾਂ ਅੱਜ ਦੇ ਅਖਬਾਰਾਂ 'ਚ ਖਬਰਾਂ ਨੇ ਕਿ ਡਕੈਤਾਂ ਨੂੰ ਫਲਾਣੇ ਥਾਣੇਦਾਰ ਨੇ ਮਾਰ ਦਿੱਤਾ, ਉਹ ਤਸਵੀਰਾਂ ਵੀ ਸਾਡੇ ਕੋਲ ਹੈ ਨੇ। ਉਹ 1936 ਦੀ 1928 ਦੀ ਅਖਬਾਰੀ ਖਬਰਾਂ ਵੀ ਹੈ ਨੇ, ਤੇ ਮੈਂ ਉਹ ਢੂੰਡ ਰਿਹਾ ਸੀ। ਮੈਂ ਕਿਹਾ ਮੈਂ ਤੁਹਾਨੂੰ ਦਿਖਾਵਾਂਗਾ ਜੀ। ਜੀ ਜੀ। ਤੇ ਲੇਕਿਨ ਮੇਰੇ ਦਾਦੇ ਦੇ ਤਾਲੁਕ ਜ਼ਮਾਨੇ 'ਚ ਲੋਕ ਆਂਦੇ ਜਾਂਦੇ ਰਹੇ ਜੀ, ਇਹ ਵੀ ਮੇਰੇ ਚਾਚਾ ਵੀ ਇੱਕ ਦੋ ਦਫਾ ਗਏ, ਲੇਕਿਨ ਉਸ ਤੋਂ ਬਾਅਦ ਆਪਣਾ ਬਹੁਤ ਦਿਲ ਕਰਦਾ ਕਿ ਅਸੀਂ ਹਿੰਦੁਸਤਾਨ ਜਾਈਏ, ਆਪਣਾ ਬਾਈ ਘਰ ਦੇਖੀਏ, ਉਹ ਲੋਕਾਂ ਨੂੰ ਮਿਲੀਏ ਜਿਹੜੇ ਸਾਡੇ ਵੱਡਿਆਂ ਦੇ ਹਮਸਾਏ ਸਨ, ਤੇ ਉਹਨੂੰ ਮਿਲ ਕੇ ਅੱਛਾ ਲੱਗੇਗਾ, ਬਲਕਿ ਖੁਸ਼ੀ ਹੋਏਗੀ। ਬਲਕਿ ਗੂਗਲ ਤੇ ਸਰਚ ਵਗੈਰਾ ਕਰਕੇ ਮਹੱਲਾ ਮੁਹੱਲਾ ਚਾਚੇ ਤੋਂ ਪੁੱਛ ਆ ਕੇ ਅਸੀਂ ਦੇਖਨੇ ਕਦੀ ਕਦੀ। ਸਿਟੀ ਹਾਈ ਸਕੂਲ ਸੀ ਜਿੱਥੇ ਮੇਰੇ ਸਾਰੇ ਚਾਚੇ ਤਾਏ ਸਾਰੇ ਉੱਥੇ ਪੜ੍ਹੇ, ਉਹਦਾ ਬੜਾ ਜ਼ਿਕਰ ਕਰਦੇ ਸਨ। ਫਿਰ ਜਿਹੜੇ ਉਹਨਾਂ ਦੇ ਟੀਚਰ ਸਨ, ਹਿੰਦੂ ਟੀਚਰ ਸਨ, ਬਹੁਤ ਅੱਛੇ ਸਨ, ਉਹਨਾਂ ਦੀ ਬੜੇ ਅੱਛੇ ਉਹਦੇ 'ਚ ਉਹ ਤਾਰੀਫ ਕਰਦੇ ਸਨ। ਮੇਰੇ ਵਾਲੀ ਸਾਹਿਬ ਬਲਕਿ ਸਿਟੀ ਸਕੂਲ ਦੇ ਕ੍ਰਿਕਟ ਵੀ ਵਾਲੀ ਸਾਹਿਬ ਸਕੂਲ ਦੀ ਤਰਫ ਖੇਲਦੇ ਰਹੇ ਜੀ। ਅੱਛਾ ਅੱਛਾ, ਠੀਕ ਹੈ। ਚਲੋ ਜੀ, ਅਸੀਂ ਇਨਸ਼ਾਅੱਲਾ ਨੈਕਸਟ ਟਾਈਮ ਤੁਹਾਡੇ ਬਜ਼ੁਰਗਾਂ ਨਾਲ ਅਸੀਂ ਇਨਸ਼ਾਅੱਲਾ ਉਹਨਾਂ ਨੂੰ ਪੂਰੀ ਗੱਲਬਾਤ ਕਰਾਂਗੇ, ਉਹਨਾਂ ਦਾ ਇੰਟਰਵਿਊ ਕਰਾਂਗੇ। ਬਿਲਕੁਲ ਜੀ। ਅਸੀਂ ਉਸ ਦੌਰਾਨ ਤੁਸੀਂ ਮੈਨੂੰ ਉਮੀਦ ਹੈ ਕਿ ਉਹ ਜਿਹੜੇ ਤੁਹਾਡੇ ਕੋਲ ਅਖਬਾਰਾਂ ਦੇ ਜੀ ਮੈਂ ਜ਼ਰੂਰ ਤਰਾਸ਼ਾਂ ਜਿਹੜਾ ਸਰਮਾਇਆ ਸਾਂਭ ਕੇ ਰੱਖਿਆ ਹੋਵੇ ਤੇ ਇਨਸ਼ਾਅੱਲਾ ਜ਼ਰੂਰ ਮਿਲ ਜਾਵੇ। ਬਲਕਿ ਜੀ ਸਾਡੀ ਤੇ ਆਪਣੇ ਸਿੱਖ ਭਰਾਵਾਂ ਨਾਲ ਇੰਨੀ ਮੁਹੱਬਤ ਹੈ। ਇੱਥੇ ਪਿਛਲੇ ਦਿਨੋਂ ਤੁਹਾਡੇ ਹੀ ਇੰਡੀਆ ਤੋਂ ਉਹ ਕਸ਼ਮੀਰ ਸਿੰਘ ਸਾਹਿਬ ਆਏ ਸਨ ਹੁੰਦਲ 'ਚ ਜੀ, ਤੇ ਮੈਂ ਬਲਕਿ ਆਪਣੇ ਚਾਚੇ ਨਾਲ ਵੀ ਜ਼ਿਕਰ ਕੀਤਾ, ਇੱਕ ਦੋ ਦੋਸਤਾਂ ਨਾਲ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਜੀ ਤੁਸੀਂ ਸਾਨੂੰ ਉਹਨਾਂ ਨੂੰ ਕਿਉਂ ਨਹੀਂ ਮਿਲਾਇਆ। ਮੈਂ ਰਾਬਤਾ ਕੀਤਾ, ਲੇਕਿਨ ਉਸ ਵੇਲੇ ਉਹ ਜਾ ਚੁੱਕੇ ਸਨ। ਓਹੋ ਜੀ ਜੀ। ਕਿਉਂਕਿ ਸਾਡੇ ਵੱਡਿਆਂ ਨੂੰ ਪੰਜਾਬ ਤੇ ਇੱਕੋ ਹੀ ਪੰਜਾਬ ਹੈ,
ਉਹੀ बिल्कुल। कल्चर है, ਉਹੀ ਜ਼ੁਬਾਨ ਹੈ ਔਰ Same ਪਹਿਨਾਵਾ, ਸੇਮ ਉਹੀ ਖਾਣਾ ਸਾਰਾ ਪੀਣਾ, ਚੀਜ਼, ਲੇਕਿਨ ਬੋਲੀ ਆਪਸ ਚ ਅਸੀਂ ਉਧਰ ਨਹੀਂ ਜਾ ਸਕਦੇ, ਉਹ ਇੱਧਰ ਨਹੀਂ ਆ ਸਕਦੇ। ਲੇਕਿਨ ਟੀਵੀ ਦੇ ਉੱਤੇ ਔਰ ਨੈਟ ਦੇ ਉੱਤੇ ਤੇ ਅਸੀਂ ਆਪਸ ਚ ਸਰਚ ਕਰ ਲੈਂਦੇ ਹਾਂ ਤੇ ਬੜਾ ਅੱਛਾ ਲੱਗਦਾ। ਬਲਕਿ ਮੈਂ ਤੇ ਜਿਹੜੇ ਪੰਜਾਬੀ ਡਰਾਮੇ ਹੁੰਦੇ ਨੇ ਸਾਡੇ ਸਿੱਖ ਭਰਾਵਾਂ ਦੇ, ਬੜੇ ਸ਼ੌਕ ਨਾਲ ਦੇਖਣਾ ਵਾ ਕਿ ਉਹ ਕਲਚਰ ਮੇਰੇ ਵੱਡੇ ਵੀ ਉੱਥੇ ਐਸੀ ਕਲਚਰ ਚ ਸਨ। ਜਿਹੜੀ ਜ਼ਿਆਦਾ ਤੁਹਾਡੇ ਬਜ਼ੁਰਗ ਕਰਦੇ ਸਨ ਕਿ ਯਾਰ ਸਾਡੇ ਮੁਹੱਲੇ 'ਚ ਫਲਾਣ ਚੀਜ਼ ਸੀ ਵੇਖਣ ਲਾਇਕ, ਅਸੀਂ ਉੱਥੇ ਜਾਣਾ, ਮਤਲਬ ਕੋਈ ਛੋਟਿਆਂ ਜੀ ਤੋਂ ਹੋਣਾ, ਕਿਸ ਤਰ੍ਹਾਂ ਦੀ ਕੋਈ ਹੈ ਤੁਹਾਡੇ? ਰਾਜਾ ਪਟਿਆਲਾ ਦੇ ਹਵਾਲੇ ਦੇ ਨਾਲ ਬੜੀ ਗੱਲਾਂ ਕਰਦੇ ਸਨ ਕਿ ਉਹਨਾਂ ਕੋਲ ਹਾਥੀ ਸਨ। ਅੱਛਾ। ਉਹਨਾਂ ਦਾ ਜਦੋਂ ਕੋਈ ਬੜਿਆਂ ਦਾ ਕੋਈ ਦਿਨ ਆਂਦਾ ਸੀ ਤੇ ਉਹ ਹਾਥੀ ਛਾਤੀ ਤੇ ਨਿਕਲਦੇ ਸਨ। ਮਹਾਵਤ ਵਗੈਰਾ ਜਿਹੜੇ ਸਨ ਉਹਨਾਂ ਦੇ ਨਾਲ ਤਾਲੁਕਾਤ ਸਨ ਇਹਨਾਂ ਦੇ, ਤੇ ਉਹ ਹਾਥੀਆਂ ਨੂੰ ਜਿਸ ਤਰ੍ਹਾਂ ਉਹ ਗੰਨਾ ਤੇ ਰੋਟੀ ਉਹ ਰਾਸ਼ਨ ਮਿਲਦਾ ਸੀ, ਤੇ ਰਾਜਾ ਪਟਿਆਲਾ ਦੀ ਬਹੁਤ ਜ਼ਿਆਦਾ ਗੱਲਾਂ ਕਰਦੇ ਹੁੰਦੇ ਸਨ। ਫਿਰ ਉਸ ਤੋਂ ਬਾਅਦ ਉੱਥੇ ਕੋਈ ਠੰਡੀ ਸੜਕ ਸੀ, ਉਹਦਾ ਕੋਈ ਪਾਰਕ ਸਨ, ਰਾਜਾ ਪਟਿਆਲਾ ਨੇ ਕੋਈ ਪਾਰਕ ਸ਼ਾਰਕ ਬਣਾਏ ਦੇ ਸਨ, ਉਹਦੀ ਬਹੁਤ ਗੱਲਬਾਤ ਕਰਦੇ ਸਨ। ਔਰ ਉਹ ਮੇਰੇ ਖਿਆਲ ਪਾਕਿਸਤਾਨ ਰਹਿਣ ਤੋਂ ਬਾਅਦ ਵੀ ਉਹਨਾਂ ਦੇ ਦਿਲ ਦਿਮਾਗ 'ਚ ਜੋ ਅਸੀਂ ਸਮਝਦੇ ਸੀ ਪਤਾ ਨਹੀਂ ਪਟਿਆਲਾ ਕੋਈ ਜੰਨਤ ਦੀ ਜਗ੍ਹਾ ਹੋਵੇ, ਜਿੰਨੀ ਉਹ ਸ਼ੌਕ ਨਾਲ ਪਟਿਆਲੇ ਦੀ ਗਲੀਆਂ ਦਾ, ਪਟਿਆਲੇ ਦਾ ਜ਼ਿਕਰ ਕਰਦੇ ਸਨ। ਸਾਨੂੰ ਵੀ ਬਲਕਿ ਉਹ ਉਹਨਾਂ ਦੀ ਗੱਲਾਂ ਸੁਣ ਕੇ ਆਇਆ ਕਿ ਸਾਨੂੰ ਇੱਕ ਦਫਾ ਪਟਿਆਲਾ ਜ਼ਰੂਰ ਜਾਣਾ ਚਾਹੀਦਾ। ਬਿਲਕੁਲ ਠੀਕ। ਬਲਕਿ ਖਾਹਿਸ਼ ਹੈ ਜ਼ਿੰਦਗੀ 'ਚ ਕਿ ਅਸੀਂ ਆਪਣੇ ਵੱਡਿਆਂ ਦੀ ਉਹ ਪਟਿਆਲਾ ਗਲੀਆਂ, ਉਹ ਸੜਕਾਂ, ਉਹ ਦੇਸ਼, ਉਹ ਮਕਾਨ, ਉਹ ਗਲੀਆਂ ਜ਼ਰੂਰ ਵੇਖੀਏ ਜਿਨ੍ਹਾਂ 'ਚ ਸਾਡੇ ਵੱਡੇ ਗੁਜ਼ਰਦੇ ਰਹੇ ਨੇ। ਤੇ ਜਿਹੜੇ ਸਾਡੇ ਵੱਡੇ ਦੀ ਕਬਰਾਂ ਨੇ, ਅਬੋਜਦਾਦ ਦੀ ਜਿਹੜੀ ਸਾਡੀ ਕਬਰਾਂ ਨੇ ਅੰਬਾਲਾ ਔਰ ਸਨੌਰ, ਉੱਥੇ ਵੀ ਦਿਲ ਕਰਦਾ ਕਿ ਅਸੀਂ ਉੱਥੇ ਵੀ ਜਾਈਏ। ਬਲਕਿ ਮੇਰੇ ਵਾਲੇ ਸਾਹਿਬ ਦੱਸਦੇ ਹੁੰਦੇ ਸਨ ਕਿ ਮੇਰੇ ਦਾਦਾ ਇੱਕ ਉੱਥੇ ਖਜੂਰ ਦਾ ਪੌਦਾ ਸੀ ਕਬਰਿਸਤਾਨ 'ਚ, ਮੇਰੇ ਪਰਦਾਦਾ ਨੇ ਲਾਇਆ ਸੀ। ਅੱਛਾ। ਮੇਰੇ ਪਰਦਾਦਾ ਨੇ ਲਾਇਆ ਸੀ ਜੋ ਖਜੂਰ ਦਾ ਪੌਦਾ ਸੀ, ਤੇ ਮੇਰੇ ਦਾਦਾ ਆਪਣੇ ਵਾਲੇ ਸਾਹਿਬ ਨੂੰ ਨਹੀਂ ਪਰਦਾਦਾ ਦੇ ਯਾਨੀ ਕਿ ਪਰਦਾਦਾ ਦੇ ਵਾਲੇ ਸਾਹਿਬ ਨੇ ਲਾਇਆ ਸੀ। ਮੇਰਾ ਪਰਦਾਦਾ ਉਸ ਖਜੂਰ ਨੂੰ ਜੱਫੀ ਪਾ ਕੇ ਰੋਂਦੇ ਹੁੰਦੇ ਸਨ। ਤੇ ਉਹ ਖਜੂਰ ਦਾ ਦਰਖਤ ਮੇਰੇ ਦਾਦਾ ਨੇ ਵੀ, ਮੇਰੇ ਵਾਲੇ ਸਾਹਿਬ ਨੇ ਵੀ ਦੇਖਿਆ। ਉਸ ਖਜੂਰ ਦੇ ਦਰਖਤ ਦੇ ਨਾਲ ਵਬਸਤਗੀ ਸੀ ਇਹਨਾਂ ਨੂੰ ਸਾਰਿਆਂ ਨੂੰ। ਤੇ ਸਾਡੇ ਬਾਬੇ ਦੇ ਹੱਥਾਂ ਦਾ ਲੱਗਾ, ਸਾਡੇ ਬਾਬੇ ਦਾ ਹੱਥਾਂ ਦਾ ਇਹ ਪੌਦਾ ਲੱਗਿਆ ਦਾ ਵੇ ਜੀ। ਤੇ ਅਸੀਂ ਤੇ ਉਹ ਪੌਦੇ ਨਾਲ ਵੀ ਮੁਹੱਬਤ ਕਰਨਾ ਚਾਹ ਰਹੇ ਹਾਂ ਕਿ ਸਾਡੇ ਵੱਡਿਆਂ ਦੇ ਹੱਥ ਦਾ ਪੌਦਾ ਲੱਗਿਆ ਦਾ। ਲੇਕਿਨ ਇਹ ਵੇ ਕਿ ਸਾਡੇ ਵੱਡਿਆਂ ਦੀ ਕਬਰਾਂ ਉੱਥੇ ਨੇ। ਤੇ ਜੀ ਅੱਲਾ ਕਰੇ ਉੱਥੇ ਕੋਈ ਤੁਹਾਡੀ ਗੱਲਬਾਤ ਕੋਈ ਸੁਣੇ ਤੇ ਇਨਸ਼ਾਅੱਲਾ ਮੈਨੂੰ ਉਮੀਦ ਹੈ ਜ਼ਰੂਰ ਸੁਣਨਗੇ। ਤੇ ਅਗਰ ਉਹ ਖਜੂਰ ਦਾ ਬੂਟਾ ਹੋਇਆ, ਇਨਸ਼ਾਅੱਲਾ ਉਮੀਦ ਹੈ ਕਿ ਅੱਲਾ ਕਰੇ ਕੋ ਹੋਏ ਤੇ ਉਹਦੀਆਂ ਤਸਵੀਰਾਂ ਇਨਸ਼ਾਅੱਲਾ ਸਾਡੇ ਤੱਕ ਜ਼ਰੂਰ ਪਹੁੰਚਾਉਣਗੇ। ਸਾਡੇ ਸੁਣਨ ਵਾਲੇ ਸਾਡੇ ਵਿਊਅਰਸ ਕਾਫੀ ਸਾਰੇ ਇੰਡੀਆ ਦੇ ਵਿੱਚ ਨੇ, ਬਲਕਿ ਪੂਰੀ ਦੁਨੀਆ ਤੇ ਅਸੀਂ ਰਿਕੁਐਸਟ ਕਰਨੇ ਆ ਕਿ ਜੀ ਉਸ ਕਬਰਸਤਾਨ ਦੇ ਵਿੱਚ ਸਨੌਰ ਕਬਰਸਤਾਨ ਦੇ ਜਿਹੜਾ ਖਜੂਰ ਦਾ ਬੂਟਾ ਹੋਵੇ, ਅਗਰ ਉਹ ਹੈ ਤਾਂ ਉਹਦੀਆਂ ਸਾਨੂੰ ਤਸਵੀਰਾਂ ਜ਼ਰੂਰ ਸੈਂਡ ਕੀਤੀਆਂ ਜਾਣ ਤਾਂ ਕਿ ਅਸੀਂ ਆਪਣਾ ਖਾਂ ਹੋਰਾਂ ਨੂੰ ਦੱਸ ਸਕੀਏ ਕਿ ਜੀ ਇਹ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ। ਸਹੀ ਜੀ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬੜੀ ਖੁਸ਼ੀ ਹੋਏਗੀ ਤੁਹਾਨੂੰ। ਬਿਲਕੁਲ ਜੀ। ਤੇ ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਬੜਾ ਅੱਛਾ ਜੀ ਤੁਹਾਡਾ ਇਹ ਦੋਨੋਂ ਧਰਤੀਆਂ ਨੂੰ ਮਿਲਾਉਣ ਦਾ, ਆਪਸ ਚ ਇੱਕ ਦੂਜੇ ਦੇ ਖਿਆਲਾਤ ਦਾ ਇੱਕ ਦੂਸਰੇ ਤੱਕ ਪਹੁੰਚਾਉਣ ਦਾ ਔਰ ਵਿਛੜੇ ਹੋਇਆਂ ਨੂੰ ਮਿਲਾਉਣ ਦਾ ਇਹ ਸੋਰਸ ਬੜਾ ਜ਼ਬਰਦਸਤ ਹੈ। ਬਲਕਿ ਤੁਹਾਡੇ ਹੀ ਇਸ ਕਾਵਿਸ਼ ਦੇ ਨਾਲ ਇੱਕ ਸਾਡੇ ਇੱਥੇ ਹਿੰਦੁਸਤਾਨ ਤੋਂ ਕਸ਼ਮੀਰ ਸਿੰਘ ਸਾਹਿਬ ਆਏ ਸਨ, ਔਰ ਤੇ ਉਹਨਾਂ ਦੀ ਜਿਹੜੀ ਗਲੀਆਂ ਨਾਲ ਵਬਸਤਗੀ ਸੀ, ਇਹ ਮਹੱਲੇ ਸਾਡੇ ਇੱਥੇ ਇਲਾਕੇ ਦੇ ਜਿਹੜੇ ਡੇਰਿਆਂ ਤੇ ਗਏ, ਇਹ ਚਾਚਾ ਸ਼ਫੀ ਨੇ ਸਾਡੇ, ਇਹ ਵੀ ਪੂਰਾ ਮਾਸ਼ਾਅੱਲਾ ਇਸ ਵੇਲੇ ਸਾਡਾ ਇਨਸਾਈਕਲੋਪੀਡੀਆ ਨੇ ਪੂਰੇ ਡੇਰਿਆਂ ਨੂੰ, ਪੂਰੇ ਲੋਕਾਂ ਨੂੰ, ਪੁਰਾਣੇ ਲੋਕਲ ਨੇ ਇੱਥੇ ਦੇ। ਅਸੀਂ ਫਿਰ ਮਾਈਗ੍ਰੇਸ਼ਨ ਹੋ ਕੇ ਅਸੀਂ ਇੱਥੇ ਆਏ ਤੇ ਇੱਥੇ ਆ ਕੇ ਸਾਡੇ 4 ਖੂਹ ਸਨ ਸਾਡੇ ਕੋਲ। ਇਹ ਜਿੱਥੇ ਅਸੀਂ ਬੈਠੇ ਆ ਇਹ ਸਾਡਾ ਸੀ ਕਿਹੜਾ ਖੂਹ ਸੀ ਜੀ? ਗੱਜੂ ਵਾਲਾ ਜੀ। ਹਾਂਜੀ। ਤੇ ਇਹ ਗੱਜੂ ਵਾਲੇ ਹਾਂਜੀ, ਇਹ ਗੱਜੂ ਵਾਲਾ ਜਿੱਥੇ ਪਿੱਪਲ ਲੱਗਿਆ, ਬੜੇ ਬੜੇ ਬੋਰਡ ਨੇ, ਅੱਜ ਵੀ ਬੋਰਡ ਨੇ। ਤੇ ਇੱਥੇ ਦੱਸਦੇ ਨੇ ਚਾਚੇ ਸ਼ਫੀ ਨਾਲ ਮੈਂ ਗੱਲ ਕਰ ਰਿਹਾ ਸੀ, ਇਹਨਾਂ ਨੇ ਕਿਹਾ ਜੀ ਇੱਥੇ ਕਈ ਸਾਡੇ ਸਿੱਖ ਭਰਾ ਸਨ ਜਿਹੜਾ ਉਹਨਾਂ ਦਾ ਡੇਰਾ ਸੀ। ਮੇਰਾ ਅੱਗੇ 1 ਕਿਲੋਮੀਟਰ ਅੱਗੇ ਮੇਰਾ ਘਰ ਹੈ ਲੱਦਰ ਚੌਕ 'ਚ, ਉਹ ਡੇਰਾ ਹੁੰਦਾ ਸੀ ਨਰੋਜ਼ ਵਾਲਾ। ਨਰੋਜ਼ ਵਾਲਾ ਤੇ ਉਹ ਨਰੋਜ਼ ਵਾਲੇ 'ਚ ਬੜੇ ਤਗੜੇ ਸਾਡੇ ਸਿੱਖ ਭਰਾ ਸਨ ਜਿਹੜੇ ਪੂਰੇ ਇਲਾਕੇ 'ਚ ਉਹਨਾਂ ਦਾ ਰੋਹਬ ਸੀ। ਤੇ ਐਸੀ ਤਰ੍ਹਾਂ ਹੀ ਇੱਕ ਮੋਚੀ ਵਾਲਾ ਖੂਹ ਸੀ ਸਾਡਾ। ਦੇਖੋ ਜੀ ਸਰ ਜੀ ਇੱਕ ਗੱਲ ਹੋਰ ਮੈਂ ਕਰਦਾ ਜਾਵਾਂ ਕਿ ਬਹੁਤ ਸਾਰੀਆਂ ਜਗ੍ਹਾ ਤੇ ਇਸ ਤਰ੍ਹਾਂ ਤੁਹਾਨੂੰ ਵੇਖਣ ਨੂੰ ਮਿਲਿਆ ਕਿ ਵਕੀਲਾਂ ਦੀ ਜਿਹੜੀ ਪ੍ਰਾਪਰਟੀ ਵਕੀਲਾਂ ਨੂੰ ਲਾਟ ਹੋਈ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਦਾ ਬੜਾ ਰੋਹਬ ਸੀ ਤੇ ਤੁਹਾਡੇ ਬਜ਼ੁਰਗਾਂ ਦਾ ਪਟਿਆਲਾ 'ਚ ਬੜਾ ਰੋਹਬ ਸੀ। ਤੇ ਵੇਖ ਲਓ ਤੁਸੀਂ कैसा इत्तेफाक है
ਬਸ ਉਹ ਇਸੇ ਤਰ੍ਹਾਂ ਨਾ ਕਿ ਉੱਥੇ ਦੇ ਰਕਬੇ ਛੱਡੇ, ਇੱਥੋਂ ਰਕਬੇ ਅਲਾਟਮੈਂਟ ਹੋ ਗਏ, ਫਿਰ ਜਿਹੜੇ ਜਿਹੜੇ ਜਗ੍ਹਾ ਤੇ ਬਹਿ ਗਏ, ਜਿਸ ਤਰ੍ਹਾਂ ਸਾਨੂੰ ਆਪਣਾ ਪਟਿਆਲਾ ਔਰ ਭਿੰਡੀਆਂ ਵਾਲੀ ਗਲੀ ਅੱਜ ਵੀ ਯਾਦ ਨੇ। ਐਸੀ ਤਰ੍ਹਾਂ ਜਿਹੜੇ ਇੱਥੇ ਦੇ ਲੋਕ ਸਨ ਉਹ ਹੈ ਨਰੋਜ਼ ਵਾਲਾ ਨੂੰ ਔਰ ਗੰਜੀ ਕਿਹੜਾ ਜੀ ਖੂਹ, ਕਿਹੜਾ ਖੂਹ ਦਾ ਨਾਂ ਕੀ ਹੈ ਜੀ? ਗੱਜੂ ਵਾਲਾ ਖੂਹ, ਟਾਲੂ ਵਾਲਾ, ਕਾਲੂ ਵਾਲਾ, ਮੋਚੀ ਵਾਲਾ, ਯਾਰੂ ਵਾਲਾ, ਇਹ ਖੂਹ ਸਨ, ਬੜੇ ਵੱਡੇ ਵੱਡੇ ਖੂਹ ਸਨ। ਹੁਣ ਤਾਂ ਹਰ ਬੰਦੇ ਕੋਲ ਮੋਟਰ ਆ ਗਈ ਨਾ ਜੀ, ਪਹਿਲੇ ਤੇ ਮੋਟਰ ਨਹੀਂ ਸਨ, ਬਿਲਕੁਲ ਇਹ ਖੂਹ ਸਨ। ਖੂਹਾਂ ਦੇ ਨਾਂ ਤੋਂ ਪਛਾਣੇ ਜਾਂਦੇ ਸਨ ਜੀ। ਤੇ ਉਹ ਜਿਹੜੇ ਸਾਡੇ ਭਰਾ ਇੱਥੋਂ ਚਲੇ ਗਏ ਨੇ ਉਹ ਵੀ ਇਹ ਖੂਹਾਂ ਨੂੰ ਯਾਦ ਕਰਦੇ ਹੋਣੇ ਨੇ, ਇਹ ਸੜਕਾਂ ਨੂੰ ਗਲੀਆਂ ਨੂੰ ਯਾਦ ਕਰਦੇ ਹੋਣੇ ਨੇ ਜੀ। ਬਿਲਕੁਲ ਬਿਲਕੁਲ ਉਹ ਆਣ ਜੀ ਕਿਉਂ ਜੀ? ਬਿਲਕੁਲ ਜੀ ਆਇਆ ਨੂੰ ਜੀ, ਬਲਕਿ ਖੁਸ਼ੀ ਹੋਏਗੀ। ਅਸੀਂ ਉਹਨਾਂ ਦਾ ਇਸ ਤਰ੍ਹਾਂ ਹੀ ਇਸਤਕਬਾਲ ਕਰਾਂਗੇ ਜਿਸ ਤਰ੍ਹਾਂ ਆਪਣੇ ਚਾਚੇ ਬਾਬਿਆਂ ਦਾ ਇਸਤਕਬਾਲ ਕੀਤਾ। ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ। ਕਿਉਂਕਿ ਅਸੀਂ ਤੇ ਜੀ ਰਹੇ ਸਾਡੇ ਵੱਡੇ ਪਾਕਿਸਤਾਨ ਚ ਹੀ ਨੇ, ਲੇਕਿਨ ਦਿਲ ਦਿਮਾਗ ਉਹਨਾਂ ਦਾ ਰਿਹਾ ਆਪਣਾ ਪਟਿਆਲਾ। ਆਪਣੇ ਵੱਡਿਆਂ ਦਾ ਜਿਹੜਾ ਨਾ ਜੀ ਇਲਾਕਿਆਂ ਦਾ ਜ਼ਿਕਰ ਕਰਦੇ ਹੀ ਰਹੇ ਜੀ, ਕਿਉਂਕਿ ਉਹਨਾਂ ਦਾ ਬਚਪਨ ਉੱਥੇ, ਜਵਾਨੀ ਉਹਨਾਂ ਦੀ ਉੱਥੇ ਹੀ ਗੁਜ਼ਰੀ ਸੀ ਜੀ। ਸਰ ਜੀ ਚਿੜੀਆਂ ਕਾਵਾਂ ਨੂੰ ਨਹੀਂ ਆਪਣਾ ਦੇਸ਼ ਭੁੱਲਦਾ ਹੈ, ਬਿਲਕੁਲ ਨਹੀਂ ਭੁੱਲਦਾ, ਇਨਸਾਨ ਬਿਲकुल ਹੀ ਐਸੇ ਹੀ ਹੈ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਜੋ ਕੁਝ ਤੁਹਾਡੇ ਕੋਲ ਹੈ ਸੀ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਪਤਾ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸਾਂਝਾ ਪੰਜਾਬ ਚੈਨਲ ਸਾਡਾ ਜੀ ਅੱਛਾ YouTube ਜੀ, ਤੇ, ਸਹੀ ਤੁਸੀਂ ਜੀ। ਜ਼ਰੂਰ ਸਰਚ ਕਰਨਾ ਤੇ ਆਉਣ ਵਾਲੇ ਦਿਨਾਂ ਵਿੱਚ ਮੈਂ ਤੁਹਾਡੀ ਗੱਲਬਾਤ ਜ਼ਰੂਰ ਅਪਲੋਡ ਕਰਾਂਗਾ। ਬਜ਼ੁਰਗਾਂ ਦਾ ਵੀ ਇੰਟਰਵਿਊ ਹੋਇਆ ਜੀ। ਅਬਾਊਟ ਲੱਦੜ। ਸਹੀ ਜੀ। ਐਡਿਟ ਇਹ ਕਰਾਂਗਾ। ਜਿਹੜੀ ਤਹਿਰੀਰ ਹੈ ਨਾ, ਇਹ ਜ਼ਰਾ ਪੜਾਉਣਾ ਦਾਦੇ ਨੇ ਮਾਰਿਆ ਵੀ ਸਿੱਖੀ ਹੈ। थोड़ी ऊपर उठाया। इंस्पेक्टर आशिक मोहम्मद खान तरीन, किल डुकेट गुरचा सिंह, शूट बाई आशिक मोहम्मद खान तरीन एट बरनाला इंडिया। SP मियां अब्दुल अजीज। ਤੁਸੀਂ ਦੱਸ ਸਕਦੇ ਹੋ ਤਸਵੀਰ ਕਿੰਨਾ ਚਿਰ ਪੁਰਾਣੀ ਹੈ? और कौन से साल की तस्वीर है ये? ये मेरा ख्याल है मैं अभी कोई 6 साल का था। कौन से साल की तस्वीर होगी ये? अंदाजा कर लो, मैं 1928 में जमा, तो वो ये तस्वीर 1934 की होगी। हाँ 1934। हाँ जी। 34। हाँ पता नहीं, मैं उस जमाने में वो पीछे हो गया थोड़ा और। छोटी बात में पता सीधे होके बैठे चाचा, बेटा टेक लगा के बैठे हैं। एक जी जी। कमाल ये है कि हम लोग सीधा होके आ गए। जी अस्सलाम वालेकुम। वालेकुम कैसे हैं आप? ठीक है। अल्लाह का फजल है। क्या नाम है आपका? फजल मोहम्मद खान। फजल मोहम्मद खान। और आपके वालिद साहब का नाम? अब उनका नाम है आशिक मोहम्मद खान। आशिक मोहम्मद तरीन। खान। ठीक ठीक, ये जो तस्वीर में है। जी जी जी। ठीक है ठीक है। और दादा जान का नाम? दादा जान का नाम था फैज मोहम्मद। फैज मोहम्मद। ठीक है। तो परदादे का पता है आपको? हाँ, उनका नाम भी बताएं। उनका नाम था सरदार खान, सरदार खान, मलिक सरदार खान। मलिक सरदार खान। वो हमारी बस्ती में हम रहते थे, बस्ती का नाम? जहाँ उनका नाम था वो बनूर, ये सूर्य शाह हाँ बनूर। बनूर था, कस्बे का नाम था, बस्ती का नाम था अफगान। बस्ती सूरज शाह। सूरज शाह हाँ, हाँ। हिंदुस्तान में है। जी 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 ठीक है ठीक है। जिस जगह पे आप रहते थे उसका बताया आपने? वो पिंडिया वाली गली पटियाले में। हाँ पिंडिया वाली गली। ठीक है, पिंडिया वाली गली जी बाबा जी रहे वो इसमें खबरी पटियाला। कोई जमाने में वहाँ पिंडिया में होंगे, वो गली का नाम ही पिंडिया वाली गली। हाँ हमारे 2 पोर्शन थे, एक मुसलमानों के लिए, दूसरा हिंदुओं की गली। ठीक ठीक ठीक। लेकिन हमारे उस मोहल्ले में
سکھ بہت کم، ہندو زیادہ. زیادہ تھے. تو بتائیں کیسا سلوک تھا آپس میں؟ آپس میں بہت اچھا، ٹھیک ہے. ایک دوسرے کے پیار محبت میں رہتے گیا. اور ایک ہندو کا بانیا ہاں سادھو خان، سادھو رام، سادھو رام. اس نے ایک والد اپنے گھر میں پناہ دی. ہاں اب تو انہوں نے کہا ہم تیری کوری چکرا عورتیں چکرے، جی جی. انہوں نے کہا بولی ہے لے جاؤ. ہاں ہاں ہاں. لیکن آصف نہیں ہے میرے گھر، ان کے والد کا نام آصف خان. آصف خان. لیکن اس ہندو نے میرے بھائی کو نہیں دیا. جی جی جی. جب حالات ٹھیک ہو گئے ہاں پھر وہ چھوڑ کے گئے. ٹھیک ٹھیک. جی جی. پارٹیشن ہوا نا، تو میں نے آپ کو بتایا تھا نا، میرے والد صاحب کو چھوڑ گئے تھے، باقی سارے چلے گئے تھے. جی جی. تو میرے والد صاحب کو اس گھر میں چھوڑ گئے تھے. وہ کوئی ہندو تھے، ہاں. چچا نے نام بتایا آپ کو، کی نام دسیا کیا؟ سادھو رام. سادھو رام. ہاں. میرے والد صاحب سادھو رام کے گھر میں چھلانگ لگا رہے جب حملہ ہوا ہمارے گھر پہ. تو ادھر پناہ لی انہوں نے. ہاں تو پناہ لی. تو وہ لوگوں نے دیکھ لیا کہ یہاں پہ کسی نے چھلانگ لگائی ہے. تو سادھو رام نے کیا کہ انہوں نے کیا تیری بیٹیاں اٹھا لاں گے. انہوں نے کیا چک لو، میرے کو آئی کوئی نہیں. تے میرے والد صاحب نو زندگی دین چ سادھو رام دا بڑا حصہ وے. اگر اس ویلے وہ میری ماں کا بھتیجا تھا، اس کا جو باپ تھا ہاں وہ میری ماں، ہم ماما نتھو رام کے. ہاں. اب وہ بھائی گوشت، بنایا تھا. جی جی. وہ گوشت کھاتا اچھا اچھا. وہ ہاں. کھاتا تھا. کھاتا تھا. ہاں. وہ جس دن اس کی پینشن ملتی تھی ہاں تو وہ ہمارے گھر پر آ گئے. ہم پہنوں کا نا کہ وہ مینو جی جی. کر لے. اچھا اچھا. تو میری ماں نے پھر ہاں. گوشت اڑ کے اس کا پر زیادہ بوٹیاں دیں. ٹھیک ہے. میں یا میرے بھائی بھائی سب کیا. ہاں ہاں. تو آپ کو ایک واقعہ سناتا ہوں. جی جی. میرا جو بھائی تھا بڑا سر سے، ہاں. وہ تھاندار جی جی. پولیس میں. ٹھیک ہے. تو وہ ایک تفتیش میں ایک پنج میں گیا. ہاں تو پنج میں انہیں وہ لوگوں کر سکا کہ بتاؤ یہ کیا بات ہے. تو وہ چور کون ہے، کیسے ہوا. تو وہاں ایک ہندو آیا، وہ کہنے لگا یہ کی لڑکی ہے، یہ غلطی میری مامی کو بھی ہے. انہوں نے کہا کیا نام ہے تیرا؟ اس کا نام تھا بیجو. تو میرے بھائی نے فٹ اپنے سپاہیوں نے کہا کہ یہاں نہیں ہمیں روٹی کھانی، یہ میری بہن کا پنڈ ہے. وہ نتھو رام کی بیوی تھی، بیٹی تھی، اس کا نام تھا تھرلا. ہاں ہاں. تو میرے بھائی نے وہاں کھانا چھوڑ دیا اور اس لڑکی نے کی رائے دی. اچھا اچھا. اس زمانے میں ہاں. ہندو بڑے متاثر. دیکھیے مسلمان ایسا رشتہ، میری ماں وہ بوا کرتی رہی سب. ہاں اور جب اس کے والد کو بچانا، اس نے کمال کر دیا، اپنی سب کچھ کیا مگر میرے بھائی نے ہی نہیں. واہ جی واہ. ٹھیک ٹھیک ٹھیک. وہ ہندو کسی ہو گئے نا، وہ محلہ ہی سارا ہندوؤں کا. وہاں ایک ڈاکٹر تھا، وہ بہت ہی اچھا. نام بتائیں آپ. جی جی. انہوں کا نام دسو. ہاں جی. سکھدیو سنگھ. سکھدیو سنگھ. ہاں سکھدیو سنگھ. اچھا. ایک تھا یہ محلہ کے نائک، دوسرا تھا جنگل ڈاکٹر، اچھا. وہ بھی سکھ تھا. ٹھیک ہے. تو ہماری محبتیں بڑھیا تھی. جی جی جی. پھر حالات خراب ہو گئے. رات بھائی 1928 میں پیدا ہوئے نا جی. مطلب آپ کی ایج بنتی ہے 47 میں 18 یا 19 سال اتنی تھی نا آپ کی ایج. 1928 میں ہاں میری پیدائش ہوئی. جی 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 جی. ہاں پٹیالے میں؟ 19-20 سال. پٹیالے میں. جی ٹھیک. آپ اس کے حساب سے
आज कर रहे हूँ। स्कूल था कोई स्कूल? हाँ आप जाते थे स्कूल? हाँ। उस स्कूल के बारे में कुछ बताएं। 10वीं पास करके आया वो उधर ही किया आपने पटियाला हाँ। में? अच्छा। पंजाब से। हाँ पंजाब यूनिवर्सिटी से इम्तिहान। हाँ ठीक है। जो आपके क्लास फेलो थे उनके नाम पता है आपको? आपके हाँ। टीचर्स के स्कूल का नाम? नाम बताएं। सीधी हाई स्कूल। सिटी हाई स्कूल। हाँ तो जो कौन सी जगह क्लास पे था, कौन सी जगह पे था? हाँ। सड़क पे कहाँ पे था सिटी हाई स्कूल? वो शेरा वाला दरवाजा था। शेरा वाला दरवाजा शहर के 22 दरवाजे थे। पटियाला के? हाँ। हाँ टोटल 22 और दरवाजे थे, एक ठीक है। दो गिर गए थे, अच्छा बाकी ठीक है। शेरा वाला दरवाजा बिल्कुल ठीक था। जी 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 ठीक है। और उन्होंने सिखों ने अपने ग्रंथ रखे हुए थे उमर। अच्छा वो फिर वो जो सिखों के होते हैं ना पढ़ने वाले, वो ज्ञानी, वो पढ़ते हाँ हाँ ज्ञानी बिल्कुल। अच्छा बाबा जी ये मुझे बताएं कि जो आपके क्लास फेलो थे वो हिंदू लोग भी थे? हाँ हिंदू थे। हाँ, तो नाम याद है आपको? हाँ। जो आपका बहुत क्लोज फ्रेंड था, बताएं ना। वो कई थे बेटा, जी जी बताएं। लेकिन हाँ एक मेरा दोस्त था, हाँ वो उनकी दुकान थी फ्लैक्स बूटा। अच्छा फ्लैक्स बहुत अच्छा बूट था। नाम बताएं, अच्छा नाम अच्छा बताएं। उसका नाम था रतन। रतन? रतन रतन छोटा करता। अच्छा उसका छोटा कद था। और एक उसका बड़ा भाई था, हाँ। वो मेरे बड़े भाई का दोस्त था। जी जी नाम बताएं। ठीक। उसका नाम था खमी का, वो दिमाग ही कम करता। चलें बाद में तो सोच ले। जी ठीक है ठीक है ठीक है। वो बस इसी तरह थे। अच्छा मस्जिद थी आपके घर के आसपास? हाँ हाँ। हमारी मस्जिद थी हाँ एक मुसलमानों जी की जी गली। हाँ हाँ हमारे घर के दो दरवाजे, जी एक पिंजम वाली गली में, हाँ। एक मोहता वाली गली। अच्छा 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 अब वो उसके हिसाब से मस्जिद थी। जी जी तो जुमे ये रोजा जो खुलता है ना, तो हम आवाज़ दे के उधर जाते, रोजा मारो रोजा खोलो, खोलो, हाँ। छोटे छोटे। जी 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 अब हाँ। वो कोई कुछ पीता था, वो कुछ। अच्छा उस वक्त कोई ढोल वगैरह कोई नगाड़ा हाँ, नहीं था जो वो मतलब? था। हाँ हाँ थे। वो था, अच्छा अच्छा वो तो जीता नहीं। अच्छा वो सुबह वक्त आंदा था रात हाँ हाँ जगाने। जी जी आवाज दी। ढोल, हाँ हाँ तो वो आवाज दे के वो उठाता, कमी का सब लोग पीते। जी जी माला मुसलमानों के गली में हमारी जो मौत हमारी गली मौत का मतलब है हाथी चढ़ाने। क्या? ਮੌਤੋਂ ਵਾਲੀ ਗਲੀ ਹਾਂ, ਹਾਂ। ਹਾਥੀ ਰਾਜਾ ਪਟਿਆਲਾ ਨੇ ਉਹਨਾਂ ਨੂੰ ਹਾਥੀ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ। ਅੱਛਾ, ਅੱਛਾ। ਉਹ ਰਾਜਾ ਪਟਿਆਲੇ ਦੇ ਜਿਹੜੇ ਹਾਥੀ ਸਨ ਉਹਨਾਂ ਨੂੰ ਉਹ ਦੇਖਦੇ ਸਨ। तो महाराज की बड़ी के जिंदगी में थो हाँ और मौत सिर्फ 8 रुपए में। हाँ हाँ 8 रुपए। 8 रुपए, 8 रुपए। लेकिन वो खुद थे 8 रुपए। और सबसे बड़ी बात ये कि खाने में बहुत अच्छा। एक परोठा जो था पहला रास्ता होते अच्छा हाथों के हाथी जी, 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 हाथी मैं का, समझ गया। रोटी हाथी के लिए रोटी। हाथी के लिए हाँ। और असली कीमा पका के गुड़ पा के तो वो अपने कर लिया में हाथी नू खोने देने रहे नहीं। जी ठीक है ठीक तो है। वो एक परोठा पूरा टब्बर खाना। अच्छा आपने देखा था जो पटियाला का राजा था आपके बुजुर्गों के उनके साथ बहुत लिंक था मतलब? वो इस बारे में बताएं वो कैसे? ये जो राजा था हाँ ये सिख, सिख था ठीक है। बिल्कुल कट्टर सिख। हाँ ठीक है, लेकिन समझ गई। इसका जो बाप था हाँ वो बहुत अच्छा। वो बहुत अच्छा था। उनके जमाने में हाँ। जो वज़ीर आज़म था वो था सर लियाकत, हाँ हाँ सर सिकंदर का हाँ भाई। अच्छा उसका भाई था। सर सिकंदर वो है जी के जो लाहौर की जम्मू मस्जिद है हाँ हाँ उसकी एक पास इकबाल है, जी जी दूसरी पास कब्र है हाँ हाँ सिकंदर की। वाह जी उसने वाह।
माजद बनवाया। हाँ 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 जी ठीक 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 तो वो अपना ठीक है क्या कहने वो कबरी है उनकी मकबरा है। ठीक है हाँ, पटियाला के हवाले से किसी दूसरी रियासत के जाके उसमें को बंदे छुड़वाए थे तो राजा वो पटियाला ने पटियाला मेरे वाली जो थे ना जी जी वो 1900 ये जब विक्टोरिया थी ना मलका तो उस जमाने में वो उसके वो जुलूस 12 पहली दफा दिल्ली की दारुखलाफा समझा। अच्छा पहले ये कलकत्ते में थे अंग्रेज। हाँ, तो मलका विक्टोरिया पहली औरत है जो दिल्ली में आई। हाँ मेरे वाली उस जमाने में पुलिस वहाँ सफाई थी ठीक है और उसके बाद फिर मेरे वाले लड़की की फिर अपना वक्त जी 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 ठीक और बड़ी डाकू मारे कई मारे बस। सही सही और उनको महाराज ने हमारी जायदाद जो थी वो जब्त हो गई जी जी हाँ गदर हाँ अंग्रेजों को खिलाफ लड़ने। हाँ तो हमारे पास भूख बहुत भूख हुई जी 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 गरीब वो लोग जो थे ना हमारे रिश्तेदार वो पटियाले के थे। अच्छा उन्होंने कोई नुकसान नहीं हुआ। तो हम लोग नौकर भी नहीं होते। आप ये देखें कि मेरा बाप जो नौकर हुआ पुलिस में हाँ महाराज ने उन्होंने फटाफट थानेदार कर दिया। अच्छा ठीक थानेदार सिपाही से चक हाँ थानेदार। हाँ डायरेक्ट वो थानेदार बन मेरा गए। बाप बहुत ही खूबसूरत तो वो प्रिंस ऑफ वेल्स आया हाँ मलका का बेटा अच्छा पटियाले में भी आया हाँ हाँ तो महाराज ने उन्हें दावत दी। जी जी तो मेरा बाप महाराज ने शुरू कर दिया। उन्होंने कहा क्या बात जवान कि तुमने उन्हें बताया मेरा हाँ कि मैं तेरी रियासत हूँ। उन्होंने कहा मेरी रियासत में नौकरी क्यों नहीं करनी। उन्होंने कहा क्या करें ये उन्हें फिर सारा बताया कि हमें गद्दार बना दिया अंग्रेजों ने। अच्छा, नौकर हो नहीं सकते। हाँ हाँ तो उन्होंने कहा जब नौकरी से निकाल दे तो आ जाए। एक पट्टे पर लिख कर रख दिया अच्छा कि जब ये आदमी आए इसको थानेदार। हाँ ठीक ठीक वो सिख नहीं वो बहुत ही अच्छा आदमी था महाराज का आज मौजूदा हाँ। बाप वो अच्छा आदमी था बहुत अच्छा। बहुत अच्छा आदमी था उसके 1500 और 1500 बीवियां थी बीवियां थी उसकी हाँ। 1500 बीवियां भी में ओहो वो 4 बीवियां मेरे दादा ने भी देतियां सन कि इन्हों किधर ब्याह दियो। अच्छा अच्छा सही ठीक मेरे ठीक बाप मिलिया नाम क्या था उसका उस वक्त का नाम था भूपिंदर सिंह। भूपिंदर सिंह हाँ। हाँ भूपिंदर सिंह ठीक है ये यादविंदर सिंह हाँ जो आपका जो आप था उसका उसका नाम भूपिंदर सिंह वजीर आजम लियाकत अली खान लियाकत अली खान था सर लियाकत हाँ हाँ वो अंग्रेजों ने उन्हें बड़ी तरक्की दी। जी 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 वो सिकंदर का वजीर आजम पंजाब का जी भाई था बड़ा जी 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 और वो पटियाले में वजीर आजम थे। ठीक 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 वो इस राजे के पुत्र ने वहाँ निकाल दिया। जी 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 अच्छा 47 आ गई आपको पता था पहले कि अब ये जो पटियाला अब हमारा नहीं रहना नहीं हाँ इस बार ये बात बताएं कैसे जी। आपको पता चला कि काफी आदमी उन्होंने हाँ। बताया जी। जो महाराज के एडीसी थे। ठीक है एक उनका ऐसे भी था हाँ उसका नाम खमई था वो खमई का वो एसपी का पुलिस हुआ
ہاں تو وہ اس کا باپ جو تھا فیروز خان، فیروز خان، ٹھیک، وہ مہاراج کا ایڈی تھا. ہاں انہیں ہمارے گھر آ کے کرا دی میرے باپ. ہاں کہ یہ کام ہونے والا ہے. ہاں ہونے والا. پھر مسلمان کا ساتھ ہاں ہاں بس وہ راضی کے رات جانا اور خوب پینی شراب اچھا. اور سب پیندے ہاں وہاں جی جی راجے کو خوش کرنے کا. جی جی ٹھیک تو ٹھیک. انہیں آ کے ہمارے گھر میں بتایا. ہاں میرا باپ بس وہ پرانا خیالات کہ ایسا ہو ہی نہیں سکتا. ہاں بچہ ہمیں ڈر ہی بادشاہ بدلتے دیکھیں یہ کیسے ہو سکتا ہے کہ ہاں. مطلب اور عوام. لوگ ہاں. میں اپنی نا جی کہ میں ایک میرا بھائی تھاندار لگا تھا ٹھیک بڑا. جی کہاں پہ؟ میں وہ کون سی جگہ؟ وہ کیا نام بیرمی تھا. بیرو، ہاں پٹیالہ کے نال جگہ سی بیرو. ہاں اچھا اچھا بیرو. تو وہ میں اس کے پاس گیا. وہاں رات میں لوگ کٹھے ہو رہے ہیں. میں نے کہا بھائی کیا بات ہے؟ کہنے کا ہم مسجد کا. میں نے کہا پاگل ہو گئے، بندوق کہاں کر دو ہاں جو لڑنا اور جیووں کا نام کسی بلاک کر نمبر آتا. وہ بڑا خرچہ. کہنے کا کسی کی بلاک کرنا کوئی آئے ساری. میں نے اس جب میں اپنے گھر والوں لینے گیا نا لو پچالی میں ہاں تو وہ گڈا لے کے آ رہا. میں نے انہوں آواز دیکھی ہے. میں نے کہا دوڑ گیا ہاں ہاں کیا فائدہ. پولیس کپتان کھڑا تھا لوگوں نے گھسنے